ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜ਼ੈਡ ਸਿਕਿਉਰਿਟੀ ਦਿੱਤੀ ਗਈ ਹੈ ਔਰ ਕੇਂਦਰ ਸਰਕਾਰ ਵੱਲੋਂ ਇਹ ਸਿਕਿਉਰਿਟੀ ਕਵਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਦਿੱਤਾ ਗਿਆ ਹੈ। ਖੁਫੀਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ ਤੇ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ। ਖੁਫੀਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ ਤੇ ਇਹ ਸਿਕਿਉਰਿਟੀ ਦਿੱਤੀ ਗਈ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਜਥੇਬੰਦੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਔਰ ਇਸ ਸੰਸਥਾ ਦੇ ਜਿਹੜੇ ਮੁਖੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੋਤਾਹੀ ਨਾ ਹੋਵੇ। ਇਸ ਕਰਕੇ ਕੇਂਦਰ ਸਰਕਾਰ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹ ਸਿਕਿਉਰਿਟੀ ਦੇਣ ਦਾ ਫੈਸਲਾ ਲਿਆ। ਪਰ SGPC ਨੇ ਅਪੀਲ ਕੀਤੀ ਹੈ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਉਹ ਜ਼ੈਡ ਸਿਕਿਉਰਿਟੀ ਨਾ ਲੈਣ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਕੇਂਦਰ ਦੀ ਜਥੇਦਾਰ ਅਕਾਲ ਤਖਤ ਸਾਹਿਬ ਨੇ ਕੇਂਦਰ ਦੀ ਸੁਰੱਖਿਆ ਦੀ ਮੰਗ ਨਹੀਂ ਕੀਤੀ ਬਲਕਿ ਕੇਂਦਰ ਸਰਕਾਰ ਨੇ ਆਪਣੇ ਪੱਧਰ ਤੇ ਸੁਰੱਖਿਆ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ 2 ਵਾਰ ਕਹਿ ਚੁੱਕੀ ਹੈ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਦੀ ਸਿਕਿਉਰਿਟੀ ਵਾਪਸ ਲਈ ਗਈ ਸੀ ਔਰ ਇੱਕ ਵੱਡਾ ਮੁੱਦਾ ਬਣ ਗਿਆ ਸੀ ਜਿਸ ਵੇਲੇ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਵਾਪਸ ਹੋਈ ਹੈ ਉਸ ਦੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਦੀ ਸਿਕਿਉਰਿਟੀ ਉਸ ਤੋਂ ਪਹਿਲਾਂ ਉਸ ਦੇ ਵਿੱਚ ਵੀ ਕਟੌਤੀ ਹੋਈ ਸੀ ਪਰ ਉਸ ਤੋਂ ਬਾਅਦ ਦੁਬਾਰਾ ਸਰਕਾਰ ਵੱਲੋਂ ਸਿਕਿਉਰਿਟੀ ਆਫਰ ਕੀਤੀ ਗਈ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਮਨਾ ਕਰ ਦਿੱਤਾ। ਫਿਰ ਦੂਸਰੀ ਵਾਰ ਫਿਰ ਸਿਕਿਉਰਿਟੀ ਆਫਰ ਹੋਈ ਹੈ ਪਰ ਉਦੋਂ ਵੀ ਜਥੇਦਾਰ ਸਾਹਿਬਾਨ ਨੇ ਇਸ ਨੂੰ ਲੈਣ ਤੋਂ ਮਨਾ ਕਰ ਦਿੱਤਾ, ਇਨਕਾਰ ਕਰ ਦਿੱਤਾ। ਔਰ ਕਿਉਂਕਿ ਪੰਜਾਬ ਸਰਕਾਰ ਨੇ ਜਥੇਦਾਰ ਦੀ ਸੁਰੱਖਿਆ 'ਚ ਕਟੌਤੀ ਕੀਤੀ ਸੀ ਪਰ ਜਦੋਂ ਸਰਕਾਰ ਨੇ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਕੇ ਪੇਸ਼ਕਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਹ ਸੁਰੱਖਿਆ ਨਹੀਂ ਲੈਣੀ, ਮੇਰੇ ਨਾਲ ਜਿਹੜੇ ਸਿੰਘ ਨੇ ਉਹ ਮੇਰੀ ਸੁਰੱਖਿਆ ਦੇ ਲਈ ਕਾਫੀ ਨੇ। ਸੋ ਹੁਣ SGPC ਨੇ ਇਹ ਕਿਹਾ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹ ਸੁਰੱਖਿਆ ਨਹੀਂ ਲੈਣੀ ਚਾਹੀਦੀ ਪਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਸੁਰੱਖਿਆ ਮੰਗੀ ਨਹੀਂ, ਇਹ ਸੁਰੱਖਿਆ ਕੇਂਦਰ ਸਰਕਾਰ ਵੱਲੋਂ ਆਪਣੇ ਪੱਧਰ ਤੇ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਸੋ ਹਲੇ ਇਹ ਸਵਾਲ ਬਰਕਰਾਰ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਸੁਰੱਖਿਆ ਲੈਣਗੇ ਜਾਂ ਨਹੀਂ ਪਰ ਕੇਂਦਰ ਸਰਕਾਰ ਵੱਲੋਂ ਖੁਫੀਆ ਰਿਪੋਰਟਾਂ ਦੇ ਆਧਾਰ ਤੇ ਉਹਨਾਂ ਨੂੰ ਜ਼ੈਡ ਸਿਕਿਉਰਿਟੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਜੇ ਆਫਰ ਕਰੇ ਵੀ ਨਾ ਤਾਂ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਹੜੀ ਆ ਨਾ ਉਹ Z+ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਖਾਲਸਾ ਪੰਥ ਖੁਦ ਕਰੂਗਾ। ਅਕਾਲ ਤਖਤ ਸਾਹਿਬ ਤੇ ਜਥੇਦਾਰ ਨੂੰ ਕੋਈ ਡਰ ਨਹੀਂਗਾ, ਕੋਈ ਭੈ ਨਹੀਂਗਾ, ਕੋਈ ਗੱਲ ਨਹੀਂ ਗੀ ਕਿਉਂਕਿ ਉਹ ਸਿੱਖਾਂ ਦੇ ਜਿਹੜੇ ਹੈਗੇ ਆ ਨਾ ਮਤਲਬ ਵਿਚਾਰ ਆ ਜਿਹੜੇ ਸਿੱਖਾਂ ਦੀ ਮੰਗਾਂ ਨੇ ਉਹਨਾਂ ਦੇ ਖਾਲਸਾ ਪੰਥ ਦੇ ਵਿਚਾਰਾਂ ਦਾ ਪ੍ਰਗਟਾ ਕਰਦੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਕੌਮ ਤੋਂ ਨਾ। ਕੇਂਦਰ ਸਰਕਾਰ ਨੇ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜ਼ੈਡ ਸੁਰੱਖਿਆ ਉਹਨਾਂ ਦੀ ਥ੍ਰੈਟ ਪਰਸੈਪਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਇੱਕ ਐਡੂਕੇਟ ਸਿਕਿਉਰਿਟੀ ਔਰ ਐਪੋਪ੍ਰੀਏਟ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ। ਸਿਕਿਉਰਿਟੀ ਜਿਹੜੀ ਹੈ ਕਿਸੇ ਦਾ ਸਟੇਟਸ ਸਿੰਬਲ ਨਹੀਂ, ਇਹ ਜਾਨ ਦੀ ਸੁਰੱਖਿਆ ਵਾਸਤੇ ਆ ਔਰ ਕੇਂਦਰ ਸਰਕਾਰ ਨੇ ਪ੍ਰੋਪਰ ਉਹਦੀ ਅਸੈਸਮੈਂਟ ਕਰਕੇ ਕਿਉਂਕਿ ਪਿਛਲੇ ਦਿਨਾਂ ਦੇ ਅੰਦਰ ਇਹਦਾ ਬਹੁਤ ਬਵਾਲ ਬਣਾਇਆ ਗਿਆ ਕਿ ਅਸੀਂ ਫਲਾਣੇ ਦੀ ਸਿਕਿਉਰਿਟੀ ਉਤਾਰ ਲਈ, ਅਸੀਂ ਫਲਾਣੇ ਦੀ ਸਿਕਿਉਰਿਟੀ ਉਤਾਰ ਲਈ, ਅਸੀਂ ਸਟੇਟਸ ਸਿੰਬਲ ਉਤਾਰਤਾ, ਅਸੀਂ ਉਹਦਾ VIP ਕਲਚਰ। ਐਸਾ ਨਹੀਂ ਹੁੰਦਾ। ਸਿਕਿਉਰਿਟੀ ਜਿਹੜੀ ਆ ਉਹ ਇੱਕ ਟੈਂਪੋਰਲ ਹੈੱਡ ਨੇ ਜਥੇਦਾਰ ਅਕਾਲ ਤਖਤ ਸਾਹਿਬ ਜਾਂ ਕੋਈ ਵੀ ਰਿਲੀਜੀਅਸ ਹੈੱਡ ਹੋਵੇ ਉਹਦੀ ਬਹੁਤ ਵੱਡੀ ਮਾਨਤਾ ਹੁੰਦੀ ਆ। ਕੱਲ ਨੂੰ ਕੋਈ ਵਜ੍ਹਾ ਕਤਾ ਹੋ ਜੇ, ਰੱਬ ਨਾ ਕਰੇ ਛੋਟੀ ਜਿਹੀ ਵੀ ਕੋਈ ਘਟਨਾ ਘਟੇ, ਉਹਦਾ ਦੇਸ਼ ਭਰ 'ਚ ਬਹੁਤ ਵੱਡਾ ਪ੍ਰਭਾਵ ਹੋ ਸਕਦਾ। ਇਸ ਕਰਕੇ ਮੈਂ ਧੰਨਵਾਦ ਕਰਦਾ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਸਤਿਕਾਰਿਤ ਹਸਤੀ ਹੈ ਔਰ ਸਰਕਾਰਾਂ ਦਾ ਫਰਜ਼ ਬਣਦਾ ਹੈ ਇਹੋ ਜਿਹੀਆਂ ਸ਼ਖਸੀਅਤਾਂ ਦੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ। ਪਿਛਲੇ ਦਿਨਾਂ 'ਚ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਰਹੀਆਂ ਉਹਦੇ ਪਿੱਛੇ ਪੰਜਾਬ ਸਰਕਾਰ ਦੀ ਜਿਹੜੀ ਮਨਸ਼ਾ ਸੀ ਉਹ 6 ਜੂਨ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਸਿਕਿਉਰਿਟੀ ਰਿਵਿਊ ਦੀ ਪ੍ਰਕਿਰਿਆ ਸੀ। ਅੱਜ ਕੇਂਦਰ ਦੀ ਸਰਕਾਰ ਨੇ ਉਹਨਾਂ ਨੂੰ ਜ਼ੈਡ ਸਿਕਿਉਰਿਟੀ ਦੇਣ ਦਾ ਜਿਹੜਾ ਫੈਸਲਾ ਕੀਤਾ, ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਕਿਉਂਕਿ ਇਹੋ ਜਿਹੀਆਂ ਹਸਤੀਆਂ ਦੇ ਨਾਮ ਤੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਔਰ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਇਹਨਾਂ ਦੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ। ਤਾਂ ਮਨਜਿੰਦਰ ਸਿਰਸਾ ਨੇ ਇਸ ਫੈਸਲੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਸਰਾਹਨਾ ਕੀਤੀ ਹੈ ਤਾਂ ਆਮ ਆਦਮੀ ਪਾਰਟੀ ਵੀ ਇਸ ਫੈਸਲੇ ਦਾ ਸਵਾਗਤ ਕਰ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਇੱਕ ਸਿਰਮੌਰ ਹਸਤੀ ਨੇ ਔਰ ਇਸ ਕਰਕੇ ਉਹ ਇਸ ਫੈਸਲੇ ਦਾ ਸਵਾਗਤ ਕਰਦੇ ਨੇ। ਅਗਲੀ ਵੱਡੀ ਖਬਰ, ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦਾ ਇੱਕ ਵੱਡਾ ਦਾਵਾ ਹੈ ਕਿ ਜੇਲ੍ਹਾਂ ਦੇ ਵਿੱਚੋਂ ਕਿਸ ਤਰੀਕੇ ਨਾਲ ਗੈਂਗਸਟਰਵਾਦ ਚੱਲਦਾ ਹੈ ਔਰ ਗੈਂਗਸਟਰ ਹੁਣ ਰੈਡੀਕਲ ਗਰੁੱਪਾਂ ਦੇ ਨਾਲ ਰਲ ਗਏ ਨੇ। ਇਹ ਗੱਲ ਸੁਖਜਿੰਦਰ ਰੰਧਾਵਾ ਵੱਲੋਂ ਕਹੀ ਗਈ ਹੈ ਕਿ ਜੇਲ੍ਹਾਂ ਤੋਂ ਗੈਂਗਸਟਰਾਂ ਦੇ
ਨੈਕਸਸ ਚੱਲ ਰਹੇ ਨੇ ਔਰ ਜੇਲ੍ਹਾਂ ਦੇ ਵਿੱਚ ਖੁਫੀਆ ਏਜੰਸੀਆਂ ਵੀ ਗੈਂਗਸਟਰਾਂ ਨੂੰ ਮੋਬਾਈਲ ਪਹੁੰਚਾ ਰਹੀਆਂ ਨੇ। ਇਹ ਦਾਅਵਾ ਕੀਤਾ ਹੈ ਦੇਸ਼ ਦੇ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ। ਉਹਨਾਂ ਨੇ ਕਿਹਾ ਹੈ ਕਿ ਗੈਂਗਸਟਰ ਹੁਣ ਰੈਡੀਕਲ ਗਰੁੱਪਾਂ ਦੇ ਨਾਲ ਰਲ ਗਏ ਨੇ। ਡੀਜੀਪੀ ਵੀਕੇ ਭਾਮਰਾ ਤੇ ਵੀ ਨਿਸ਼ਾਨੇ ਲਾਏ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਅਸੀਂ ਵੀਕੇ ਭਾਮਰਾ ਨੂੰ, ਆਪਣੀ ਸਰਕਾਰ ਸੀ ਜਿਸ ਵੇਲੇ ਕਾਂਗਰਸ ਦੀ, ਤਾਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਸੀਂ ਉਸ ਵੇਲੇ ਵੀਕੇ ਭਾਮਰਾ ਨੂੰ ਲਗਾ ਕੇ ਗਲਤੀ ਕੀਤੀ, ਡੀਜੀਪੀ ਲਗਾ ਕੇ, ਔਰ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਅਸੀਂ ਵੀਕੇ ਭਾਮਰਾ ਨੂੰ ਡੀਜੀਪੀ ਲਗਾਇਆ ਕਿਉਂਕਿ ਉਹ ਬੇਹੱਦ ਕਮਜ਼ੋਰ ਤੇ ਬਿਨਾਂ ਰੀੜ ਦੀ ਹੱਡੀ ਵਾਲਾ ਡੀਜੀਪੀ ਹੈ। ਇਹ ਗੱਲ ਸੁਖਜਿੰਦਰ ਰੰਧਾਵਾ ਵੱਲੋਂ ਅੱਜ ਨਿਊਜ਼ 18 ਨਾਲ ਖਾਸ ਗੱਲਬਾਤ ਦੌਰਾਨ ਕਹੀ ਗਈ ਹੈ। ਬਠਿੰਡਾ ਜੇਲ੍ਹ ਦਾ ਕਿ ਇੱਕ ਜੇਲ੍ਹ ਨੂੰ ਜਿਹੜੀ ਬਿਲਕੁਲ ਸੈਪਰੇਟ ਜੀ ਸੀ ਕਿ ਇੱਥੇ ਜਿਹੜੇ ਨੈਟਵਰਕ ਜੈਮ ਕਰਦੀ ਹੈ ਤੇ ਜਿਹੜੇ ਟੈਲੀਫੋਨ ਕਾਲਸ ਨੇ ਉਹ ਨਾ ਜਾ ਸਕਣ, ਇਹਨਾਂ ਨੂੰ ਇੱਕ ਦੂਜੇ ਨੂੰ ਮਿਲ ਨਾ ਦਿੱਤਾ ਜਾਵੇ। ਮੇਰੇ ਅਗੇਂਸਟ ਕੋਰਟ 'ਚ ਵੀ ਕੇਸ ਪਏ, ਮੇਰੇ ਅਗੇਂਸਟ ਬਹੁਤ ਕੁਝ ਹਵਾ ਗੁੱਲਾ ਵੀ ਬੜਾ ਚੱਲਿਆ। ਪਰ ਤੁਸੀਂ ਇਹ ਜਿਹੜਾ ਦਾਵਾ ਕਰ ਰਹੇ ਹੋ ਰੰਧਾਵਾ ਸਾਹਿਬ, ਟਿਕਟ ਕਾ ਤਾਂ ਕੁਝ ਵੀ ਨਹੀਂ, ਹਾਲਾਂਕਿ ਆਪਾਂ ਚਲੋ ਇਸ ਪਾਸੇ ਬਾਅਦ ਚ ਚੱਲਾਂਗੇ, ਟੈਕਨੀਕਲੀ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਪਰ ਜਿਵੇਂ ਤੁਸੀਂ ਦਾਵਾ ਕਰ ਰਹੇ ਹੋ ਕਿ ਮੈਂ ਡਾਰਕ ਜ਼ੋਨ ਬਣਾਤਾ, ਮੈਂ ਆਹ ਕਰਤਾ, ਮੈਂ ਜੈਮਰ ਲਾਤਾ, ਤੇ ਕੰਮ ਤਾਂ ਬੰਦ ਨਹੀਂ ਹੋਇਆ ਜੀ। ਉਹਦੇ 'ਚ ਨੈਟਵਰਕ ਇਸ ਕਰਕੇ ਨਹੀਂ ਬੰਦ ਹੋਇਆ ਕਿ ਅਸੀਂ ਉੱਥੋਂ ਇਹਨਾਂ ਨੂੰ ਕੋਰਟਾਂ ਦੇ ਰਾਹੀਂ ਜਾਂ ਹੋਰ ਤਰੀਕੇ ਦੇ ਨਾਲ ਇਹ ਜੇਲ੍ਹਾਂ 'ਚੋਂ ਸ਼ਿਫਟ ਹੋ ਗਏ। ਆਪਰੇਟ ਜਿਹੜੇ ਇਹਨਾਂ ਦੇ ਬਾਹਰ ਬੈਠੇ ਨੇ ਤੇ ਜਿਹੜੇ ਅਮਰੀਕਾ 'ਚ ਬੈਠੇ ਨੇ ਜਾਂ ਬਾਹਰਲੀ ਕੰਟਰੀ 'ਚ ਬੈਠੇ ਨੇ ਉਹਦੇ ਤੋਂ ਹੀ ਆਪਰੇਟ ਕੀਤਾ ਜਾਂਦਾ। ਔਰ ਜਿਹੜਾ ਮੋਬਾਈਲ ਆ ਇਹ ਉੱਥੋਂ ਬਾਹਰਲਾ ਹੀ ਨੰਬਰ ਹੁੰਦਾ, WhatsApp ਕਾਲਸ ਹੁੰਦੀਆਂ ਨੇ। ਇਹਦੇ 'ਚ ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਜੇਲ੍ਹ ਡਿਪਾਰਟਮੈਂਟ ਵਿੱਚ ਵੀ ਕੋਈ ਬੰਦੇ ਇਹੋ ਜਿਹੇ ਹੈਗੇ ਨੇ ਜਿਹੜੇ ਇਹਨਾਂ ਨੂੰ, ਤੇ ਜਾਂ ਏਜੰਸੀ ਵੀ ਇਹੋ ਜਿਹੀਆਂ ਹੈਗੀਆਂ ਨੇ ਜਿਹੜੀਆਂ ਕਹਿੰਦੇ ਨੇ ਅਸੀਂ ਇਹਨਾਂ ਕੋਲ ਇਨਪੁਟ ਲੈਂਦੇ ਹਾਂ, ਪਰ ਉਹਦੇ 'ਚ ਮੈਂ ਕਦੀ ਐਗਰੀ ਨਹੀਂ ਕੀਤਾ। ਮੇਰੀ ਉਦੋਂ ਵੀ ਲੜਾਈ ਰਹੀ ਕਿ ਜੇ ਤੁਸੀਂ ਇਹਨਾਂ ਦੇ ਕੋਲ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਇਹਨਾਂ ਨੂੰ ਆਰਡੀਨਰੀ ਫੋਨ ਦਿਓ ਅੰਦਰ। ਇਹ ਬਿਲਕੁਲ ਮੈਂ ਤੁਹਾਡੇ ਸਾਹਮਣੇ ਕਰਕੇ ਬਹੁਤ ਵੱਡੀ ਗੱਲ ਕਹਿ ਰਹੇ ਹੋ। ਮੈਂ ਬਹੁਤ ਵੱਡੀ ਗੱਲ ਕਹਿ ਰਿਹਾ ਕਿ ਏਜੰਸੀਆਂ ਜੇਲ੍ਹਾਂ 'ਚ ਇਹਨਾਂ ਨੂੰ ਮੋਬਾਈਲ ਪ੍ਰੋਵਾਈਡ ਕਰ ਜਾਂਦੀਆਂ ਨੇ। ਇਹ ਮੈਂ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਡੀਜੀਪੀ ਸਾਹਿਬ ਤੁਸੀਂ ਸਟੇਟਮੈਂਟ ਦਿੱਤੀ ਪਹਿਲੇ ਦਿਨ ਕਿ ਜੇ ਆਪਣੀ ਬੁਲਟ ਪ੍ਰੂਫ ਨਹੀਂ ਲੈ ਕਰ ਗਏ, ਮੈਂ ਡੀਜੀਪੀ ਨੂੰ ਕਹਿੰਦਾ ਕਿ ਤੇਰੇ ਕੋਲ ਬੁਲਟ ਪ੍ਰੂਫ ਆ, ਤੂੰ ਕੱਲਾ ਜਾ ਤੇ ਫਿਰ ਪਤਾ ਲੱਗੂ। ਜਿੰਨੀ ਚਿਰ ਬੁਲਟ ਪ੍ਰੂਫ ਗੱਡੀ ਦੇ ਨਾਲ ਉਹਨੂੰ escort ਨਹੀਂ ਹੁੰਦੀ, ਪਿਛਲੀ ਸਾਈਡ ਤੇ ਨਹੀਂ ਉਹਦੇ ਚੱਲਦੇ, ਗਨਮੈਨ ਨਹੀਂ ਚੱਲਦੇ, ਬੁਲਟ ਪ੍ਰੂਫ ਦਾ ਕੋਈ ਮਾਇਨੇ ਨਹੀਂ। ਪਿਛਲੀ ਸਾਈਡ ਤੋਂ ਟੈਕਨੀਕਲੀ ਇਸ ਕਰਕੇ ਕਿ ਜਿਹੜਾ ਬੁਲਟ ਪ੍ਰੂਫ ਦਪਿੰਦਰ ਜਿਹੜਾ ਬੈਠ ਗਿਆ ਉਹ ਤਾਂ ਆਪਣੇ ਆਪ ਨੂੰ ਸੇਫ ਕਰਕੇ ਬੈਠ ਗਿਆ, ਤੇ ਅਟੈਕ ਹੋਣਾ ਬਾਹਰੋਂ। ਜਿਹੜੇ ਉਹਦੇ ਨਾਲ ਅੰਦਰ ਗਨਮੈਨ ਹੋਣਗੇ, ਜੇ ਦਰਵਾਜ਼ਾ ਖੋਲਣਗੇ ਉਹਨਾਂ ਤੇ ਆਪ ਹੀ ਖੋਲ ਕੇ ਉਹਨਾਂ ਨੂੰ ਐਗਜ਼ਿਟ ਦੇ ਐਕਸੈਸ ਦੇ ਦਿੱਤਾ ਕਿ ਮਾਰੋ ਗੋਲੀ ਜਿਹੜਾ ਅੰਦਰ ਬੈਠਾ, ਤੇ ਉਹਨੂੰ ਕਵਰ ਕਰ ਲਈ ਪਿਛਲੇ ਸਕਾਟ ਵਾਲਾ ਹੀ ਬਚਾਊ, ਉਹਦੇ ਟਾਇਰ ਤੇ ਪਿਛਲੇ ਟਾਇਰਾਂ 'ਚ ਗੋਲੀ ਮਾਰੂ। ਤੁਹਾਡੇ ਮੁਤਾਬਕ ਅਟੈਕ ਜ਼ਿਆਦਾ ਹੋਣ ਦੇ ਚਾਂਸ ਪਿੱਛੋਂ ਹੀ ਹੁੰਦੇ ਆ। ਤੇ ਇੱਕ ਹੋਰ ਵੱਡੀ ਖਬਰ ਦਾ ਰੁਖ ਕਰ ਲੈਣੇ ਹਾਂ। ਸਿੱਧੂ ਮੂਸੇਵਾਲਾ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਸਿੱਧੂ ਮੂਸੇਵਾਲਾ ਕਤਲकांड ਸੁਪਰੀਮ ਕੋਰਟ ਪਹੁੰਚ ਗਿਆ ਹੈ ਔਰ ਬੀਜੇਪੀ ਨੇਤਾ ਜਗਜੀਤ ਸਿੰਘ ਮਿਲਖਾ ਨੇ ਇਸ ਕਤਲकांड ਦੀ ਸੀਬੀਆਈ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਹੈ ਔਰ ਉਸ ਪਟੀਸ਼ਨ ਦੇ ਵਿੱਚ ਸਿੱਧੂ ਮੂਸੇਵਾਲਾ ਕਤਲकांड ਦੀ ਸੀਬੀਆਈ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ। ਇਸ ਵੇਲੇ ਦੀ ਵੱਡੀ ਅਪਡੇਟ, ਬੀਜੇਪੀ ਨੇਤਾ ਨੇ ਇਹ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਔਰ ਪੰਜਾਬ ਸਰਕਾਰ ਤੇ ਗੰਭੀਰ ਇਲਜ਼ਾਮ ਲਾਏ ਗਏ ਨੇ ਇਸ ਪੋਸਟ ਦੇ ਵਿੱਚ। ਮਾਨਸਾ ਦੇ ਸਰਦੂਲਗੜ੍ਹ ਤੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਰਹੇ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ, ਜੋ ਚੋਣ ਹਾਰ ਗਏ, ਜਗਜੀਤ ਸਿੰਘ ਮਿਲਖਾ, ਉਹਨਾਂ ਵੱਲੋਂ ਇਹ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਔਰ ਸਿੱਧੂ ਮੂਸੇਵਾਲਾ ਕਤਲकांड ਮਾਮਲਾ ਜਿਹੜਾ ਹੈ ਉਹ ਸੀਬੀਆਈ ਨੂੰ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਗਈ ਹੈ। ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਗਏ ਨੇ। ਇਹ ਦੱਸਿਆ ਗਿਆ ਕਿ ਇੱਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਗਈ ਸੀ ਔਰ ਉਸ ਤੋਂ ਅਗਲੇ ਦਿਨ ਹੀ ਉਹਨਾਂ ਦਾ ਮਰਡਰ ਹੋ ਗਿਆ। ਇਹ ਵੀ ਲਿਖਿਆ ਗਿਆ ਉਸ ਦੇ ਵਿੱਚ ਕਿ ਜੋ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਗਈ ਸੀ ਉਸ ਨੂੰ ਵੱਡੇ ਪੱਧਰ ਤੇ ਪ੍ਰਚਾਰਿਤ ਕੀਤਾ ਗਿਆ ਔਰ ਜਿਸ ਤੋਂ ਤੁਰੰਤ ਬਾਅਦ ਜਿਹੜਾ ਉਹਨਾਂ ਨੂੰ ਥ੍ਰੈਟ ਸੀ ਜਾਂ ਜਿਹੜੇ ਲੋਕ ਉਹਨਾਂ ਦੇ ਪਿੱਛੇ ਲੱਗੇ ਹੋਏ ਸੀ ਉਹ ਐਕਸ਼ਨ 'ਚ ਆ ਗਏ ਤੇ ਅਗਲੇ ਦਿਨ ਹੀ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਮਰਡਰ ਕਰ ਦਿੱਤਾ। ਜਗਜੀਤ ਸਿੰਘ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਕਿ ਪੰਜਾਬ ਪੁਲਿਸ ਤੋਂ ਹਟਾ ਕੇ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ। ਤੇ ਅਗਲੀ ਵੱਡੀ ਅਪਡੇਟ ਦਾ ਰੁਖ ਕਰਦੇ ਹਾਂ। ਅੱਜ ਸਿੱਧੂ ਮੂਸੇਵਾਲਾ ਦੇ ਘਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੇ। ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ। ਪਿੰਡ ਮੂਸਾ ਦੇ ਵਿੱਚ ਅੱਜ ਸੀਐਮ ਭਗਵੰਤ ਮਾਨ ਪਹੁੰਚੇ ਔਰ ਪਰਿਵਾਰ ਦੇ ਨਾਲ ਦੁੱਖ ਵੰਡਾਇਆ। ਸਵੇਰੇ 9 ਵਜੇ ਦੇ ਕਰੀਬ ਭਗਵੰਤ ਮਾਨ ਉੱਥੇ ਪਹੁੰਚੇ
परिवार नूं मिले, परिवार दे नाल दुख साझा कीता। करीब 1 घंटे तक ये मुलाकात चलती रही। सीएम ने परिवार नूं भरोसा दिता कि उन्हां नूं हर हालत दे विच इंसाफ मिलेगा। सीएम वालों निरपक्ष जांच की गल भी अज कही गई और परिवार नूं उन्हां ने खास तौर पर यह विश्वास दिवाया कि जल्द जिहड़े दोषी ने उस सलाखां दे पिछे होणगे और इंसाफ दिवाया जाएगा। परिवार देखिए, मेरा अपना मानना है कि जो भी घटनाएं घटी हैं उसके ऊपर राजनीति नहीं होनी चाहिए, गलत बात है। अभी जैसे सिद्धू मूसेवाले जी की हत्या की गई, वो एक बेहद अफसोस वाली बात थी और उसके लिए पंजाब सरकार, पंजाब के मुख्यमंत्री ऑलरेडी कह चुके हैं कि पूरी कोशिश जारी है और हम विश्वास दिलाते हैं कि दोषियों को पकड़ के कड़ी से कड़ी सजा दिलवाएंगे। इसके पहले 2 इंसिडेंट्स हुए थे। पटियाला का हुआ था एक, वो बॉम्ब ब्लास्ट, मोहाली बॉम्ब ब्लास्ट था, और जैसे ही हुए थे 24 से 48 घंटे के बीच में उसको सॉल्व कर लिया गया था। तो मैं समझता हूं कि अभी नई सरकार है, नई सरकार पूरा प्रयास कर रही है, विपक्षी पार्टियों को भी और सब लोगों को मिलकर अपने को, पंजाब को आगे। मान साहब कदे पोलिटिकल नहीं, ਇਹ ਕਾਂਗਰਸੀ ਪੋਲਿਟਿਕਸ ਕਰ ਰਹੇ ਤੇ ਇਹਨੂੰ ਕਿਉਂ ਕੱਲ ਜਾ ਕੇ ਦਿੱਲੀੋਂ ਪਹਿਲਾਂ ਪਰਮਿਸ਼ਨ ਲੈਣ ਦੀ ਲੋੜ ਸੀਗੀ ਤੇ ਮੈਂ ਜਾਵਾਂ ਕਿ ਨਾ ਜਾਵਾਂ? ਜਦੋਂ ਕਿਸਾਨਾਂ ਨਾਲ ਮੀਟਿੰਗ ਕੀਤੀ ਉਦੋਂ ਵੀ ਕਿਸਾਨਾਂ ਦੇ ਇੱਥੇ ਛੱਡ ਕੇ ਉਹ ਬੈਠੇ ਨੇ ਗਰਮੀ ਦੇ ਵਿੱਚ ਰਸਤੇ 'ਚ ਤੇ ਆਪ ਜਨਾਬ ਦੌੜ ਕੇ ਦਿੱਲੀ ਨੂੰ ਆਕਾ ਕੋਲੋਂ ਪਰਮਿਸ਼ਨ ਲੈ ਲਈ। ਹੁਣ ਜੇ ਉਹਦੇ ਜਾਣੇ ਸਿੱਧੂ ਦੇ ਯਾਰ ਆਰਟਿਸਟ ਆ, ਤੂੰ ਵੀ ਆਰਟਿਸਟ ਆ, ਦੋਵੇਂ ਤੂੰ ਭਰਾ ਆਰਟਿਸਟ, ਤੁਹਾਡਾ ਇੱਕ ਫੈਮਿਲੀ ਆ ਆਰਟਿਸਟਾਂ ਦੀ, ਤੇ ਉੱਥੇ ਤੋਂ 3 ਨੇ ਇਹਨਾਂ ਦੇ। ਬਲਕਾਰ ਵੀ ਅੱਜ ਪਹੁੰਚਿਆ और गगन मान है ते अपने भगवंत मान है ते ये की गल इन्हां नूं ते पहले दिन। एक होर वड्डी अपडेट का जिक्र करते हाँ। अगली वड्डी खबर कतलकांड नाल जुड़ी अज एक होर सीसीटीवी फुटेज सामने आई और हमलावरां दे नाल जुड़ी है बहुत अहम सीसीटीवी फुटेज है जिस दे विच आल्टो कार दे विच फरार हुंदे हमलावर साफ नजर आ रहे ने। मानसा तो बडलाडा रोड ते जाते हुए ये पिंड ਬੱਪੀ ਆਣਾ ਦੇ ਕੋਲ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਹੈ ਜਿਸ ਦੇ ਵਿੱਚ ਕਾਰ ਦੇ ਵਿੱਚ ਬੈਠੇ ਹਮਲਾਵਰ ਵੀ ਨਜ਼ਰ ਆ ਰਹੇ ਨੇ। ਮੂਰੇ ਆਲਟੋ ਕਾਰ ਚੱਲ ਰਹੀ ਹੈ ਔਰ ਪਿੱਛੇ ਬਲੈਰੋ ਗੱਡੀ ਜੋ ਕਤਲकांड ਦੇ ਵਿੱਚ ਸ਼ਾਮਿਲ ਸੀ ਉਸ ਵੇਲੇ ਹਮਲਾਵਰਾਂ ਵੱਲੋਂ ਵਰਤੀ ਗਈ ਸੀ, ਉਹ ਬਲੈਰੋ ਗੱਡੀ ਉਸੇ ਤਰੀਕੇ ਨਾਲ ਚੱਲ ਰਹੀ ਹੈ ਔਰ ਆਲਟੋ ਜਿਹੜੀ ਰਾਹ ਦੇ ਵਿੱਚ ਇੱਕ ਪਰਿਵਾਰ ਨੂੰ ਰੋਕ ਕੇ ਹਥਿਆਰਾਂ ਦੀ ਨੋਕ ਤੇ ਉਹਨਾਂ ਤੋਂ ਖੋਈ ਗਈ ਸੀ, ਉਹ ਆਲਟੋ ਗੱਡੀ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆਈ ਹੈ। 5:47 ਦੀ ਕਰੀਬ ਜਿਹੜੀ ਫੁਟੇਜ ਹੈ 5:47 ਦੀ, ਕਿਉਂਕਿ ਇਹ ਸਾਰਾ ਘਟਨਾਕ੍ਰਮ 5:29-30 ਤੇ ਵਾਪਰਿਆ ਸੀ। ਉਸ ਤੋਂ 16-17 ਬਾਅਦ ਬੱਪੀ ਆਣਾ ਪਿੰਡ ਕ੍ਰਾਸ ਕਰਦੇ ਇਹ ਜਿਹੜੇ ਹਮਲਾਵਰ ਨੇ, ਇਹ ਕਾਤਲ ਨੇ, ਇਸ ਸੀਸੀਟੀਵੀ ਫੁਟੇਜ ਦੇ ਵਿੱਚ ਦਿਖਾਈ ਦਿੱਤੇ ਨੇ। ਤੇ ਅਗਲੀ ਵੱਡੀ ਖਬਰ ਮੂਸੇਵਾਲਾ ਕਤਲकांड ਦਾ ਨੇਪਾਲ ਕਨੈਕਸ਼ਨ ਸਾਹਮਣੇ ਆ ਰਿਹਾ ਹੈ। ਯਾਨੀ ਨੇਪਾਲ ਦੇ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਰੇਡ ਕੀਤੀ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇਪਾਲ ਪਹੁੰਚ ਚੁੱਕੀ ਹੈ ਔਰ ਮੂਸੇਵਾਲਾ ਦੇ ਕਾਤਲ ਨੇਪਾਲ 'ਚ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿਉਂਕਿ ਇਸ ਵੇਲੇ ਪੈਰਲਲ ਦਿੱਲੀ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਉਂਕਿ ਉਹ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਗਈ ਸੀ ਔਰ ਉਸ ਦੇ ਵਿੱਚ ਸਿੱਧੂ ਮੂਸੇਵਾਲਾ ਨਾਲ जुड़े मामले नाल भी पुछ पड़ताल लारेंस बिश्नोई तो की गई है और उस तो बाद अपने पद्धर ते दिल्ली पुलिस का स्पैशल सैल एक्टिव होया है और नेपाल दे विच कातल लुके होने का शक जताया जा रहा है और उन्होंने कहा है कि नेपाल दे विच जिहड़े शार्प शूटर ने जिन्हां वल्लों इस कतलकांड नूं अंजाम दिता गया है वो नेपाल दे विच लुके हो सकते हैं। इस करके पुलिस ने अपना ऑपरेशन जिहड़ा है वो नेपाल तक वधा दिता है। एक छोटा जिहा कमर्शियल ब्रेक, जल्द वापस आउंगे।